ਸਿੱਖ ਹਿਰਦੇ ਛਲਣੀ ਹੋ ਗਏ। 8 ਜੂਨ 1984 ਸਵੇਰੇ 5 ਵਜੇ ਉੱਠਿਆ। ਪਿਛਲੇ ਹਫ਼ਤੇ ਤੋਂ ਰੋਜ਼ ਵਾਂਗ ਖਬਰਾਂ ਸੁਣਨ ਦੀ ਉਤਸੁਕਤਾ ਨਾਲ ਰੇਡੀਓ ਲਾਇਆ। ਜਲੰਧਰ ਤੋਂ ਸ਼ਬਦ ਕੀਰਤਨ ਦਾ ਪ੍ਰੋਗਰਾਮ ਆ ਰਿਹਾ ਸੀ। ਇਹ ਕੀ, ਮੈਂ ਸੋਚਿਆ ਕਿ ਕਿਤੇ ਸ੍ਰੀ ਦਰਬਾਰ ਸਾਹਿਬ ਤੋਂ ਕੀਰਤਨ ਰਿਲੇ ਨਹੀਂ ਕੀਤਾ ਜਾ ਰਿਹਾ। ਮੇਰੀ ਸੋਚ ਠੀਕ ਸਾਬਤ ਹੋਈ। 5:45 ਦੇ ਕਰੀਬ ਅਰਦਾਸ ਸ਼ੁਰੂ ਹੋਈ, ਪਰ ਅਰਦਾਸੀਆ ਸ੍ਰੀ ਦਰਬਾਰ ਸਾਹਿਬ ਦਾ ਨਹੀਂ ਲੱਗਦਾ ਸੀ। ਮੈਂ ਪਿਛਲੇ 5 ਸਾਲ ਤੋਂ ਕੰਪਲੈਕਸ ਵਿੱਚ ਰਹਿ ਰਿਹਾ ਹਾਂ। ਸ੍ਰੀ ਦਰਬਾਰ ਸਾਹਿਬ ਦੇ ਸਾਰੇ ਸਿੰਘ ਸਾਹਿਬਾਨ, ਰਾਗੀ ਸਿੰਘਾਂ ਅਤੇ ਅਰਦਾਸੀ ਸਿੰਘਾਂ ਨੂੰ ਚੰਗੀ ਤਰ੍ਹਾਂ ਜਾਣਦਾ ਹਾਂ ਅਤੇ ਉਹਨਾਂ ਦੀ ਆਵਾਜ਼ ਪਹਿਚਾਣਦਾ ਹਾਂ। ਅੱਜ ਆਵਾਜ਼ ਵਿੱਚ ਪਹਿਲਾਂ ਵਰਗੀ ਮਿਠਾਸ ਨਹੀਂ ਸੀ। ਸ਼ਬਦ ਕੀਰਤਨ ਵੀ ਹਜ਼ੂਰੀ ਰਾਗੀਆਂ ਦਾ ਨਹੀਂ ਲੱਗਦਾ ਸੀ। ਸ਼ਾਇਦ ਮਿਲਟਰੀ ਦੇ ਰਾਗੀਆਂ ਨੇ ਸ਼ਬਦ ਕੀਰਤਨ ਕੀਤਾ ਹੋਵੇ ਅਤੇ ਮਿਲਟਰੀ ਦਾ ਗ੍ਰੰਥੀ ਅਰਦਾਸ ਕਰ ਰਿਹਾ ਹੋਵੇ। ਅਰਦਾਸੀਆ ਅਰਦਾਸ ਕਰਦਾ ਜਦੋਂ ਬੋਲੋ ਜੀ ਵਾਹਿਗੁਰੂ ਕਹਿੰਦਾ ਤਾਂ ਹੁੰਗਾਰੇ ਵਿੱਚ ਕੋਈ ਵੀ ਵਾਹਿਗੁਰੂ ਨਾ ਕਹਿੰਦਾ। ਇਸ ਤੋਂ ਸਪਸ਼ਟ ਸੀ ਕਿ ਉੱਥੇ ਸੰਗਤਾਂ ਨਹੀਂ ਸਨ। ਅਰਦਾਸ ਖਤਮ ਹੋਣ ਵੇਲੇ ਕਿਹਾ ਗਿਆ ਕਿ ਜੋ ਕੁਝ ਵੀ ਵਾਪਰਿਆ ਹੈ ਪਰਮਾਤਮਾ ਦੀ ਮਰਜ਼ੀ ਅਨੁਸਾਰ ਹੋਇਆ। ਸਾਡੀਆਂ ਸਭ ਦੀਆਂ ਭੁੱਲਾਂ ਖਿਮਾ ਕਰਨਾ। ਜੋ ਕੁਛ ਹੋਇਆ ਸੋ ਤੇਰਾ ਭਾਣਾ, ਜੇ ਤੂੰ ਕਰੇ ਪ੍ਰਵਾਨ। ਪਿੱਛੋਂ ਅਨਾਉਂਸਰ ਨੇ ਦੱਸਿਆ ਕਿ ਅੱਜ ਤੋਂ ਆਕਾਸ਼ਬਾਣੀ ਜਲੰਧਰ, ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਹਰ ਰੋਜ਼ ਸਵੇਰੇ 4:30 ਤੋਂ 6 ਵਜੇ ਤੱਕ ਅਤੇ ਸ਼ਾਮ 5 ਤੋਂ 5:30 ਤੱਕ ਸ਼ਬਦ ਕੀਰਤਨ ਦਾ ਸਿੱਧਾ ਪ੍ਰੋਗਰਾਮ ਰਿਲੇ ਕਰਿਆ ਕਰੇਗਾ। ਇਸ ਘੱਲੂਘਾਰੇ ਪਿੱਛੋਂ ਸ਼ਾਇਦ ਇਹ ਪ੍ਰੋਗਰਾਮ ਸਿੱਖਾਂ ਦੇ ਜਜ਼ਬਾਤ ਸ਼ਾਂਤ ਕਰਨ ਲਈ, ਉਹਨਾਂ ਨੂੰ ਆਪਣੇ ਵੱਲ ਕਰਨ ਲਈ ਕੀਤਾ ਗਿਆ। ਪਰ ਸ਼ਾਇਦ ਇਸ ਸਮੇਂ ਸਰਕਾਰ ਦਾ ਇਹ ਕਦਮ ਵੀ ਸਿੱਖਾਂ ਦੇ ਜ਼ਖਮੀ ਜਜ਼ਬਾਤਾਂ ਨੂੰ ਸ਼ਾਂਤ ਨਹੀਂ ਕਰ ਸਕੇਗਾ, ਉਹਨਾਂ ਨੂੰ ਖੁਸ਼ ਨਹੀਂ ਕਰ ਸਕੇਗਾ। ਸਿੱਖਾਂ ਦੇ ਦਿਲ ਛਲਣੀ ਹੋਏ ਪਏ ਹਨ। ਸ੍ਰੀ ਦਰਬਾਰ ਸਾਹਿਬ ਤੋਂ ਸ਼ਬਦ ਕੀਰਤਨ ਰਿਲੇ ਕਰਨਾ ਵੀ ਅਕਾਲੀ ਦਲ ਦੀ ਇੱਕ ਮੰਗ ਸੀ। ਸ਼੍ਰੀਮਤੀ ਇੰਦਰਾ ਗਾਂਧੀ ਨੇ ਪਿਛਲੇ ਵਰ੍ਹੇ ਫਰਵਰੀ ਵਿੱਚ ਇਸ ਨੂੰ ਪ੍ਰਵਾਨ ਕਰਨ ਸੰਬੰਧੀ ਦਿੱਲੀ ਐਲਾਨ ਵੀ ਕੀਤਾ ਸੀ, ਪਰ ਅਮਲੀ ਜਾਮਾ ਹਾਲੇ ਤੱਕ ਨਹੀਂ ਪਹਿਨਾਇਆ ਸੀ। ਬੱਕਰੀ ਦੁੱਧ ਦਿੰਦੀ ਹੈ ਪਰ ਮੇਂਗਣਾ ਪਾ ਕੇ। ਜੇ ਸ਼ਬਦ ਕੀਰਤਨ ਰਿਲੇ ਕਰਨ ਦੀ ਮੰਗ ਪ੍ਰਵਾਨ ਕਰਕੇ ਉਸ ਸਮੇਂ ਅਮਲੀ ਰੂਪ ਦਿੱਤਾ ਹੁੰਦਾ ਤਾਂ ਉਸ ਸਮੇਂ ਸਿੱਖਾਂ ਤੇ ਜ਼ਰੂਰ ਕੁਝ ਅਸਰ ਹੋਣਾ ਸੀ, ਪਰ ਮੈਂ ਨਹੀਂ ਸਮਝਦਾ ਕਿ ਸਿੱਖ ਇਸ ਕਦਮ ਨੂੰ ਭੁਲਾ ਸਕਣਗੇ। ਅਹਿਮਦ ਸ਼ਾਹ ਅਬਦਾਲੀ ਨੇ 1762 ਈਸਵੀ ਵਿੱਚ ਹਮਲਾ ਕੀਤਾ ਸੀ। ਸਿੱਖ ਹਾਲੇ ਤੱਕ ਨਹੀਂ ਭੁੱਲੇ। ਸ਼੍ਰੀਮਤੀ ਗਾਂਧੀ ਨੂੰ ਕਿਸ ਨੇ ਸਲਾਹ ਦੇ ਦਿੱਤੀ? ਉਹ ਲੋਕਾਂ ਦੀ ਨਬਜ਼ ਪਛਾਣਦੇ ਹਨ, ਧਾਰਮਿਕ ਜਜ਼ਬਾਤਾਂ ਨੂੰ ਸਮਝਦੇ ਹਨ। ਫਿਰ ਕਿਵੇਂ ਇਹ ਗਲਤੀ ਹੋ ਗਈ? ਸ਼ਾਇਦ ਪਾਰਟੀ ਹਿੱਤਾਂ ਨੂੰ ਮੁੱਖ ਰੱਖ ਕੇ ਰਾਜਸੀ ਲਾਭ ਉਠਾਉਣ ਲਈ ਅਜਿਹਾ ਕੀਤਾ ਹੈ। ਪੱਤਰਕਾਰ ਇੰਦਰਜੀਤ ਨੇ ਆਪਣੀ ਇੱਕ ਪੁਸਤਕ ਵਿੱਚ ਪਿੱਛੋਂ ਲਿਖਿਆ ਕਿ ਸ਼੍ਰੀਮਤੀ ਗਾਂਧੀ ਨੇ 15 ਜਨਵਰੀ 1984 ਨੂੰ ਸੈਨਾ ਦਿਵਸ ਵੇਲੇ ਹੀ ਜਨਰਲ ਵੈਦਿਆ ਨੂੰ ਸ੍ਰੀ ਦਰਬਾਰ ਸਾਹਿਬ ਉੱਤੇ ਹਮਲਾ ਕਰਨ ਦੀ ਤਿਆਰੀ ਕਰਨ ਦੇ ਬਾਰੇ ਕਹਿ ਦਿੱਤਾ ਸੀ। ਸ਼ਾਮੀ ਮੈਂ 5 ਤੋਂ 5:30 ਫਿਰ ਰੇਡੀਓ ਤੋਂ ਸ਼ਬਦ ਕੀਰਤਨ ਦਾ ਰਿਲੇ ਹੋ ਰਿਹਾ ਪ੍ਰੋਗਰਾਮ ਸਰਵਣ ਕੀਤਾ। ਅੱਧੇ ਘੰਟੇ ਦੌਰਾਨ 21 ਵਾਰ ਗੋਲੀ ਚੱਲਣ ਦੀ ਆਵਾਜ਼ ਆਈ। ਸਰਕਾਰ ਤਾਂ ਰੇਡੀਓ ਤੇ ਵਾਰ-ਵਾਰ ਕਹਿ ਰਹੀ ਸੀ ਸਥਿਤੀ ਪੂਰੀ ਤਰ੍ਹਾਂ ਨਿਯੰਤਰਣ ਮੇ ਹੈ। ਗੋਲੀਆਂ ਦੀ ਇਹ ਆਵਾਜ਼ ਸਰਕਾਰ ਦੇ ਇਸ ਖੋਖਲੇ ਦਾਅਵੇ ਦਾ ਸਾਫ਼ ਮੂੰਹ ਚੜਾ ਰਹੀ ਸੀ। ਜਿਸ ਘਰ ਵਿੱਚ ਮੈਂ ਠਹਿਰਿਆ ਹੋਇਆ ਸਾਂ ਉਸ ਦੀ ਸੜਕ ਤੋਂ ਸਵੇਰੇ ਮਿਲਟਰੀ ਕੈਂਪ ਤੋਂ 2 ਟੈਂਕ ਕਿਸੇ ਪਾਸੇ ਜਾਂਦੇ ਵੇਖੇ। ਸ਼ਾਇਦ ਕਿਸੇ ਪਾਸੇ ਪਿੰਡਾਂ ਤੋਂ ਸੰਗਤਾਂ ਆਈਆਂ ਹੋਣਗੀਆਂ। ਇਹ ਟੈਂਕ ਉਹਨਾਂ ਦੇ ਸਵਾਗਤ ਕਰਨ ਲਈ ਗਏ ਹੋਣਗੇ, ਜਿਵੇਂ ਕੱਲ ਪਰਸੋਂ ਰਾਜਾ ਸਾਂਸੀ ਤੇ ਹੋਰ ਕਈ ਥਾਵਾਂ ਤੇ ਕੀਤਾ ਹੈ। ਮਨ ਹੀ ਮਨ 'ਚ ਅਰਦਾਸ ਕਰਦਾ ਹਾਂ, ਪਰਮਾਤਮਾ ਮਿਹਰ ਕਰੀ, ਹੋਰ ਮਾਸੂਮ ਜਿੰਦਾਂ ਦਾ ਖੂਨ ਨਾ ਵਹਾਈ। ਫੌਜ ਨੂੰ ਸਮੱਤ ਬਖਸ਼। ਹੈਲੀਕਾਪਟਰ ਰੋਜ਼ ਵਾਂਗ ਸ਼ਹਿਰ ਦੇ ਉੱਤੇ ਅਤੇ ਆਸੇ-ਪਾਸੇ ਚੱਕਰ ਲਗਾ ਰਹੇ ਹਨ। ਰੇਡੀਓ ਨੇ ਖਬਰ ਦਿੱਤੀ ਹੈ ਕਿ ਅੱਜ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਜੀ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਕੇ ਗਏ ਹਨ। ਦਿਨੇ ਸਾਨੂੰ ਪੁਲਿਸ ਅਫਸਰਾਂ ਤੋਂ ਸੂਹ ਮਿਲੀ ਸੀ ਕਿ ਸ਼ਾਇਦ ਗਿਆਨੀ ਜੀ ਆਉਣਗੇ। ਰਾਸ਼ਟਰਪਤੀ ਬਣਨ ਉਪਰੰਤ ਉਹਨਾਂ ਦਾ ਆਪਣੇ ਹੀ ਸੂਬੇ ਪੰਜਾਬ ਦਾ ਇਹ ਪਹਿਲਾ ਸਰਕਾਰੀ ਦੌਰਾ ਸੀ। ਉਹ ਸ਼ਾਇਦ ਆਪਣੇ ਹੀ ਸੂਬੇ ਵਿੱਚ ਆਉਣ ਦੀ ਜੁਰਤ ਨਹੀਂ ਕਰ ਸਕੇ ਸਨ। 2 ਵਾਰੀ ਪ੍ਰੋਗਰਾਮ ਬਣਿਆ ਸੀ, ਪਰ ਐਨ ਮੌਕੇ ਤੇ ਆਣ ਕੇ ਮਨਸੂਖ ਹੋ ਜਾਂਦਾ ਰਿਹਾ। ਪਰ ਅੱਜ ਇਹ ਆਪਣੇ ਹੀ ਸੂਬੇ, ਆਪਣੇ ਹੀ ਧਰਮ ਦੇ ਮਹਾਨ ਪਾਵਨ
ਅਤੇ ਉੱਚ ਅਸਥਾਨ ਦੇ ਦਰਸ਼ਨ ਕਰਨ ਮਿਲਟਰੀ ਰਾਜ ਵਿੱਚ, ਜਿਸ ਦੇ ਉਹ ਸੁਪਰੀਮ ਕਮਾਂਡਰ ਹਨ, ਮਿਲਟਰੀ ਦੇ ਸਾਏ ਹੇਠ ਆਏ ਹਨ। ਕਿੰਨੀ ਤਰਸਯੋਗ ਹਾਲਤ ਹੈ, ਰੱਬ ਮਿਹਰ ਕਰੇ। ਅੱਜ ਸ਼ਾਮੀ ਕਿਸੇ ਨੇ ਦੱਸਿਆ ਕਿ ਕੰਪਲੈਕਸ ਵਿੱਚੋਂ ਅਨੇਕਾਂ ਹੀ ਗਰਭਵਤੀ ਨੌਜਵਾਨ ਔਰਤਾਂ ਦੀਆਂ ਲਾਸ਼ਾਂ ਮਿਲੀਆਂ ਹਨ। ਮੈਂ ਸੋਚਦਾ ਹਾਂ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੇ ਪਿਛਲੇ 10-12 ਮਹੀਨਿਆਂ ਦੌਰਾਨ ਆਪਣੇ ਅਨੇਕਾਂ ਹੀ ਸੇਵਕਾਂ ਜਾਂ ਜਥੇ ਦੇ ਮੈਂਬਰਾਂ ਦੇ ਵਿਆਹ ਕੰਪਲੈਕਸ ਅੰਦਰ ਹੀ ਕਰਵਾਏ ਸਨ। ਇਹ ਬਹੁਤੇ ਸਿੰਘ ਕੰਪਲੈਕਸ ਅੰਦਰ ਹੀ ਰਹਿੰਦੇ ਸਨ। ਸ਼ਾਇਦ ਇਹਨਾਂ ਦੀਆਂ ਸਿੰਘਣੀਆਂ ਹੋਣ ਅਤੇ ਉਹਨਾਂ ਨੇ ਆਪਣੀਆਂ ਪਤਨੀਆਂ ਨੂੰ ਆਪ ਹੀ ਮਾਰ ਦਿੱਤਾ ਹੋਵੇ, ਤਾਂ ਜੋ ਫੌਜ ਦੇ ਹੱਥ ਨਾ ਆਉਣ ਅਤੇ ਇਹਨਾਂ ਦੀ ਬੇਪਤੀ ਨਾ ਹੋਵੇ, ਜਿਵੇਂ ਪਾਕਿਸਤਾਨ ਬਣਨ ਵੇਲੇ ਕਈਆਂ ਨੇ ਕੀਤਾ ਸੀ। ਰਾਤ ਨੂੰ BBC ਨੇ ਖਬਰ ਦਿੱਤੀ ਕਿ ਪ੍ਰਸਿੱਧ ਪੱਤਰਕਾਰ ਅਤੇ ਮੈਂਬਰ ਪਾਰਲੀਮੈਂਟ ਸਰਦਾਰ ਖੁਸ਼ਵੰਤ ਸਿੰਘ ਨੇ ਆਪਣਾ ਪਦਮ ਸ਼੍ਰੀ ਦਾ ਖਿਤਾਬ ਸਰਕਾਰ ਨੂੰ ਵਾਪਸ ਕਰ ਦਿੱਤਾ ਹੈ ਅਤੇ ਫੌਜੀ ਹਮਲੇ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। BBC ਨੇ ਉਹਨਾਂ ਦੀ ਅੰਗਰੇਜ਼ੀ ਵਿੱਚ ਇੰਟਰਵਿਊ ਵੀ ਰਿਲੇ ਕੀਤੀ ਹੈ। ਸਰਦਾਰ ਖੁਸ਼ਵੰਤ ਸਿੰਘ ਨੇ ਕਿਹਾ ਕਿ ਜੇਕਰ ਸਰਕਾਰ ਗਿਆਨੀ ਜਰਨੈਲ ਸਿੰਘ ਭਿੰਡਰਾਂਵਾਲਿਆਂ ਅਤੇ ਉਹਨਾਂ ਦੇ ਸਾਥੀਆਂ ਨੂੰ ਗ੍ਰਿਫਤਾਰ ਕਰਨਾ ਚਾਹੁੰਦੀ ਸੀ ਤਾਂ ਹੋਰ ਬੜੇ ਹੀ ਤਰੀਕੇ ਸਨ। ਕੰਪਲੈਕਸ ਨੂੰ ਕਈ ਦਿਨ ਘੇਰਾ ਪਾ ਕੇ ਉਹਨਾਂ ਨੂੰ ਆਤਮ ਸਮਰਪਣ ਕਰਨ ਲਈ ਮਜਬੂਰ ਕੀਤਾ ਜਾ ਸਕਦਾ ਸੀ। ਉਹਨਾਂ ਕਿਹਾ ਕਿ ਸਾਡੇ ਘਰ ਚੋਰ ਆ ਜਾਏ, ਇਸ ਦਾ ਇਹ ਇਲਾਜ ਨਹੀਂ ਕਿ ਘਰ ਨੂੰ ਅੱਗ ਲਗਾ ਕੇ ਤਬਾਹ ਕਰ ਦਿੱਤਾ ਜਾਏ। ਉਹਨਾਂ ਕਿਹਾ ਕਿ ਸਰਕਾਰ ਨੇ ਇਹ ਐਕਸ਼ਨ ਕਰਕੇ ਸਾਰੀ ਦੁਨੀਆ ਦੇ ਸਿੱਖਾਂ ਦੇ ਹਿਰਦੇ ਛਲਣੀ ਕਰ ਦਿੱਤੇ ਅਤੇ ਐਵੇਂ ਇੱਕ ਮੈਡ ਮੌਕ ਨੂੰ ਹੀਰੋ ਬਣਾ ਕੇ ਰੱਖ ਦਿੱਤਾ। ਡੈਰੀ ਦੇ ਪੰਨੇ ਹਰਬੀਰ ਸਿੰਘ ਭੰਵਰ, ਆਵਾਜ਼ ਭਾਈ ਗੁਰਜੰਟ ਸਿੰਘ ਰੂਪਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।